सतनाम श्री वाहिगुरु सरल जियो। नारायण नरपत नमस्कार, ऐसे गुर को बल बल जाइए। आप मुक्त मोहितार, गुरु गुरु गुर कर मन मोर, गुरु बिना मैं नाही हो, गुरु बिना मैं नाही हो। गुर पूरे चरणी लाया, हर संग सहाई पाया। जह जाइए तहाँ सुहेले, कर कृपा प्रभ मेले। हर गुण गावो सदा सुगाई, मन चिंदे सगले फल पावो। जी कै संग सहाई रहा, नारायण प्राण अधारा। हम संत जनारे नारा, पतत पुनीत कर दीने। कर कृपा हर जस दीने, जिस देवै पुरख विधाता। हर रस तिन्ही जाता, जम कंकर नेड़ न आया। सुख नानक शरणी पाया, श्री हर कृष्ण त्याइए। जिस डिठै सब दुख जाय, तेग बहादुर सिमरिए। करनो निध आवैता, सब थाई हुए सहाय। वाहिगुरु 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 वाहिगुरु। दीन दुनिया दे वाली, जगत दे पिता, चौर शरत तख्त दे मालक। नाम बाणी के बहुत ने कलंक अवतार। दसां गुरुओं की आत्मिक जोत, समर्थ गुरु धन गुरु जगत गुरु शब्द गुरु धन धन साहिब श्री गुरु ग्रंथ साहिब सच्चे पातशाह जी की पवित्र हजूरी अंदर सपाईमान। गुरु रूप गुरु सवारी, गुरु प्यार वाले साध संगत जी। गुरु फतेह प्रवान करो, गज के आखो वाहिगुरु जी का खालसा वाहिगुरु जी की फतेह। बड़े भागा वाले हाँ जो सतगुरां दी हजूरी अंदर विराजमान होकर इलाही हरजा सरवण करन दा सुभाग सतगुरां ने बख्शिया है। अमृत वेले दे दीवाना की हाजरी भरदे होया धन गुरु ग्रंथ साहिब महाराज सच्चे पातशाह जी के पावन दरबार अंदर विराजमान होकर सतगुरां दी इलाही बाणी दे हरजत सरवण कर रहे हैं। गुरु सवारियां पासों आप जी ने हुणे आसा जी की वार दे कीर्तन सरवण कीते। आओ बड़े प्यार दे नाल गुर शब्द गुर इतिहास की विचार दे नाल जुड़ना करिए जी। अज दा दिन बड़ा महत्वपूर्ण है एक सिख दे लई। अज दे दिन 8वें गुरु नानक निरंकारी की 8वीं जोत, 8वें पातशाह बाला प्रीतम धन धन साहिब श्री गुरु हरकृष्ण सच्चे पातशाह जी का पावन प्रकाश पुरब है। सो आओ सतगुरां दी शब्द की विचार के नाल नाल बाला प्रीतम धन गुरु हरकृष्ण सच्चे पातशाह जी का पावन इतिहास पावन जीवन सरवण करिए। साहिब श्री गुरु हरकृष्ण महाराज सच्चे पातशाह जी का पावन अवतार सावन वधी 10 संमत 1713 के मुताबिक अंग्रेजी महीने की
7 ਜੁਲਾਈ ਇਤਿਹਾਸਕਾਰ ਦੱਸਦੇ ਨੇ, ਜੁਲਾਈ ਦਾ ਮਹੀਨਾ ਸਨ 1656 ਨੂੰ ਅਸਥਾਨ ਕੀਰਤਪੁਰ, ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ, ਕੀਰਤਪੁਰ ਸਾਹਿਬ, ਉੱਥੇ ਸਤਿਗੁਰਾਂ ਦੇ ਨਿਵਾਸ ਅਸਥਾਨ ਸ਼ੀਸ਼ ਮਹਿਲ ਦੇ ਵਿੱਚ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਅਤੇ ਮਾਤਾ ਸ਼੍ਰੀ ਕ੍ਰਿਸ਼ਨ ਕੌਰ ਜੀ ਦੀ ਕੁੱਖ ਚੋਂ ਸਤਿਗੁਰਾਂ ਨੇ ਅਵਤਾਰ ਧਾਰਿਆ। ਹੁਣ ਜਿਸ ਤਰ੍ਹਾਂ ਕਿ ਗੁਰ ਇਤਿਹਾਸ ਅਸੀਂ ਜਦੋਂ ਵਾਚਦੇ ਹਾਂ, ਸਤਿਗੁਰਾਂ ਦੇ ਜੀਵਨ ਨੂੰ ਅਸੀਂ ਪੜ੍ਹਦੇ ਹਾਂ, ਤੇ ਗੁਰੂ ਹਰਿਰਾਏ ਸਾਹਿਬ ਦਾ ਵੱਡਾ ਸਪੁੱਤਰ ਰਾਮ ਰਾਏ, ਜੋ ਗੁਰੂ ਘਰ ਦਾ ਬੜਾ ਵਿਰੋਧੀ ਰਿਹਾ, ਜਿਹਨੇ ਗੁਰਤਾ ਗੱਦੀ ਦੇ ਲਾਲਚ ਦੇ ਵਿੱਚ ਸਤਿਗੁਰਾਂ ਦੇ ਨਾਲ ਬੜਾ ਧਰੋ ਵੀ ਕਮਾਇਆ ਤੇ ਬੜੀਆਂ ਕੋਝੀਆਂ ਚਾਲਾਂ ਚੱਲਣ ਦਾ ਉਹਨੇ ਯਤਨ ਕੀਤਾ। ਜਦੋਂ ਔਰੰਗਜ਼ੇਬ ਨੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਦਿੱਲੀ ਵਿੱਚ ਸੱਦਿਆ ਸੀ ਤੇ ਸਤਿਗੁਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ, ਬਚਨ ਕੀਤੇ ਸੀ, ਨੈ ਮਲੇਛ ਕੋ ਦਰਸ਼ਨ ਦੇ ਹੈ, ਵੀ ਅਸੀਂ ਇਹਨਾਂ ਮਲੇਛਾਂ ਨੂੰ ਦਰਸ਼ਨ ਨਹੀਂ ਦੇਣੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਹੋਵੇ। ਅਨੇਕਾਂ ਨਿਰਦੋਸ਼ ਮਰਜੀਵੜੇ ਸਿੱਖਾਂ ਤੇ ਅੱਤ ਦੇ ਜ਼ੁਲਮ ਕੀਤੇ ਹੋਣ, ਅਤਿਆਚਾਰ ਕੀਤੇ ਹੋਣ, ਐਸੇ ਮਲੇਛ ਜਿਹੜੇ ਇਹ ਧਾਰਨਾ ਬਣਾਈ ਬੈਠੇ ਹੋਣ ਵੀ ਆਪਣੇ ਧਰਮ ਨੂੰ, ਆਪਣੇ ਦੀਨ ਨੂੰ ਤਲਵਾਰ ਦੇ ਜ਼ੋਰ ਦੇ ਨਾਲ ਕਿਸੇ ਦੇ ਸਿਰ ਤੇ ਮੜ ਦਿਓ, ਜੇ ਕੋਈ ਮੁਸਲਮਾਨ ਬਣੇ ਤੇ ਜ਼ਿੰਦਗੀ ਬਖਸ਼ ਦਿਓ, ਜੇ ਕੋਈ ਨਾ ਬਣੇ ਤੇ ਉਹਦੀ ਗਰਦਨ ਉਡਾ ਦਿਓ। ਇਹੋ ਜੀ ਸੋਚ ਰੱਖਣ ਵਾਲੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਅਸੀਂ ਪੇਸ਼ ਨਹੀਂ ਹੋਣਾ, ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਸੀ। ਉਸ ਵਕਤ ਜੋ ਰਾਮ ਰਾਏ ਸੀ, ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਸਪੁੱਤਰ, ਉਹ ਔਰੰਗਜ਼ੇਬ ਦੇ ਕੋਲ ਗਿਆ। ਉਹਦੇ ਮਨ 'ਚ ਇਹ ਸੀ ਵੀ ਰਾਜਨੀਤਿਕ ਹਕੂਮਤ ਦੇ ਨਾਲ ਵਿਗਾੜਨਾ ਚੰਗੀ ਗੱਲ ਨਹੀਂ ਆ, ਕਿਉਂਕਿ ਅੱਜ ਕੱਲ ਸਾਡਾ ਵੀ ਇਹੀ ਹਾਲਾਤ ਹੁੰਦੇ ਨਾ ਵੀ ਰਾਜਾ ਜਿਹਦੇ ਵੱਲ ਹੋਵੇ ਤੇ ਪ੍ਰਜਾ ਦੀ ਪਰਵਾਹ ਕੌਣ ਕਰਦਾ ਹੈ। ਸਾਡਾ ਜ਼ੋਰ ਹੁੰਦਾ ਹੈ ਅਫਸਰ ਦੇ ਨਾਲ, ਕਿਸੇ ਦੇ ਨਾਲ ਜਾਣ ਪਛਾਣ ਹੋਵੇ, ਕੋਈ ਆਪਣੇ ਤਹਿਸੀਲ ਦਾ ਅਫਸਰ ਜਾਂ ਕੋਈ ਜ਼ਿਲ੍ਹੇ ਦਾ ਅਫਸਰ, ਜਿਹਦੀ ਜ਼ਿਲ੍ਹੇ ਦੇ ਅਫਸਰ ਦੇ ਨਾਲ ਜਾਣਕਾਰੀ, ਉਹ ਕਹਿੰਦਾ ਮੇਰੀ ਮੰਤਰੀ ਦੇ ਨਾਲ ਹੋਵੇ, ਐਮਐਲਏ ਐਮਪੀ ਮੁੱਖ ਮੰਤਰੀ ਵਾਲਾ ਪ੍ਰਧਾਨ ਮੰਤਰੀ ਤੱਕ ਪਹੁੰਚਣ ਨੂੰ ਕਰਦਾ। ਵੱਡੇ ਤੋਂ ਵੱਡੇ ਅਹੁਦੇ ਦੇ ਨਾਲ ਅਸੀਂ ਆਪਣੀ ਜਾਣ ਪਹਿਚਾਣ ਬਣਾਉਣਾ ਚਾਹੁੰਦੇ ਹਾਂ। ਕਾਰਨ ਕੀ ਹੁੰਦਾ ਹੈ ਵੀ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਸਾਡੀ ਪ੍ਰਭੁਤਾ ਬਣੀ ਰਹੇ, ਲੋਕਾਂ ਦੇ ਅੰਦਰ ਦਬਦਬਾ ਰਹੇ ਵੀ ਬੰਦਾ ਬੜੀ ਪਹੁੰਚ ਵਾਲਾ, ਔਖੇ ਕੰਮ ਪੈਣ ਤੇ ਸਾਡਾ ਕੰਮ ਨਿਕਲ ਜੇ, ਕੋਈ ਸਾਨੂੰ ਰੋਕੇ ਨਾ। ਇਹੀ ਹੁੰਦਾ ਹੈ ਅੱਜ ਕੱਲ ਦੇ ਸਮਾਜ ਦੇ ਵਿੱਚ। ਉਸ ਵਕਤ ਵੀ ਰਾਮ ਰਾਏ ਦੀ ਜਿਹੜੀ ਸੋਚ ਸੀ, ਜਿਹੜੀ ਇਹੀ ਸੀ ਵੀ ਔਰੰਗਜ਼ੇਬ ਸਮੇਂ ਦਾ ਮੁਗਲ ਬਾਦਸ਼ਾਹ, ਮੁਗਲੀਆ ਸਲਤਨਤ ਦਾ ਹਕੂਮਤ ਦੇ ਉੱਤੇ ਕਾਬਜ, ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਬਾਦਸ਼ਾਹ ਹੈ, ਤੇ ਉਹਦੇ ਨਾਲ ਐਵੇਂ ਵੈਰ ਕਿਉਂ ਮੁੱਲ ਲਿਆ ਜਾਵੇ, ਉਹਦੇ ਨਾਲ ਮਿੱਤਰਤਾ ਗੰਢੀ ਜਾਵੇ ਤਾਂ ਕਿ ਮੇਰੀ ਜੈ ਜੈਕਾਰ ਹੋਵੇ। ਹੁਣ ਰਾਮ ਰਾਏ ਜਦੋਂ ਔਰੰਗਜ਼ੇਬ ਨੂੰ ਇਹ ਸ਼ੰਕਾ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਿਆਰ ਕੀਤਾ, ਉਹਦੇ ਵਿੱਚ ਇਸਲਾਮ ਧਰਮ ਦੇ ਬਾਰੇ ਬੜੀਆਂ ਗਲਤ ਗੱਲਾਂ ਲਿਖੀਆਂ ਗਈਆਂ। ਇਹ ਔਰੰਗਜ਼ੇਬ ਦੀ ਸੋਚ ਸੀ। ਔਰੰਗਜ਼ੇਬ ਦੇ ਕੁਝ ਲੋਕਾਂ ਨੇ ਉਹਨੂੰ ਇਸ ਦੇ ਖਿਲਾਫ ਭੜਕਾਇਆ ਸੀ, ਤੇ ਜਿਹੜੇ ਉਹਦੇ ਅਹਿਲਕਾਰ ਸੀ, ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਜਿਹੜੇ ਗੁਰੂ ਨਾਨਕ ਦੀ ਜੋਤ ਤੋਂ ਸ਼ੁਰੂ ਤੋਂ ਈਰਖਾਵਾਨ ਸਨ, ਈਰਖਾ ਕਰਦੇ ਸਨ, ਉਹਨਾਂ ਨੇ ਬੜਾ ਜ਼ੋਰ ਲਾਇਆ ਔਰੰਗਜ਼ੇਬ ਦਾ ਮਾਈਂਡ ਵਾਸ਼ ਕਰਨ ਵਾਸਤੇ ਵੀ ਸਿੱਖਾਂ ਦੇ ਗੁਰੂ ਨੇ ਇੱਕ ਐਸਾ ਗ੍ਰੰਥ ਤਿਆਰ ਕਰ ਦਿੱਤਾ ਹੈ ਜਿਹੜਾ ਇਸਲਾਮ ਧਰਮ ਦੀ ਵਿਰੋਧਤਾ ਕਰਦਾ ਹੈ। ਹੁਣ ਉਹਨਾਂ ਦੀਆਂ ਭੜਕਾਊ ਗੱਲਾਂ ਸੁਣ ਕੇ ਔਰੰਗਜ਼ੇਬ ਦੇ ਮਨ ਦੇ ਵਿੱਚ ਵੀ ਬੜੇ ਸ਼ੰਕੇ ਪੈਦਾ ਹੋਏ, ਕਿਉਂਕਿ ਉਹਨੇ ਖੁਦ ਤਾਂ ਪੜ੍ਹਿਆ ਨਹੀਂ। ਉਹਨੇ ਕਿਹਾ ਇਹਨਾਂ ਸ਼ੰਕਿਆਂ ਦੀ ਨਿਵਰਤੀ ਕੀਤੀ ਜਾਵੇ, ਤੇ ਉਹਨੇ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਸੱਦਣਾ ਚਾਹਿਆ, ਲੇਕਿਨ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ। ਤੇ ਉਸ ਮੁਕੱਦਮੇ ਦੀ ਸੁਣਵਾਈ ਦੇ ਲਈ ਆਪਣੇ ਪੁੱਤਰ ਰਾਮ ਰਾਏ ਨੂੰ ਭੇਜਿਆ ਗਿਆ ਸੰਗਤ ਦੀ ਸਲਾਹ ਤੇ ਵੀ ਔਰੰਗਜ਼ੇਬ ਦਾ ਸ਼ੰਕਾ ਦੂਰ ਕਰਕੇ ਆਓ ਵੀ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਕਿਸੇ ਵੀ ਦੀਨ, ਮਜ਼ਹਬ ਜਾਂ ਧਰਮ ਦੇ ਖਿਲਾਫ ਦੀ ਗੱਲ ਕੁਝ ਨਹੀਂ ਕੀਤੀ ਗਈ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਇਹ ਸਾਰੀ ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਦਿੰਦਾ, ਏਕ ਪਿਤਾ ਏਕਸ ਕੇ ਹਮ ਬਾਰਕ ਦਾ ਉਪਦੇਸ਼ ਦਿੰਦਾ। ਇਹ ਕਿਸੇ ਵੀ ਧਰਮ,
गुट या मजहब की नखेदी नहीं करता। हाँ, धर्म के नां ते कीते जा रहे पखंड, धर्म के नां ते कीतियां जा रही कुरीतियां ते अडंबरां दे उत्ते चोट जरूर करता है। ऐसे अडंबर जिहड़े समाज नूं कलंकित करते, हुण गुरु नानक ने उन्हां दा पर्दा फाश कीता है, लेकिन सब नूं सर्ब सांझी वारता का उपदेश दिता है। हुण राम राय ने जाके औरंगजेब नूं खुश करने के लिए बड़ा कुछ किया, उन्हें कई करामातां भी इतिहासकार दसदे ने दिखाईयां। सब तो वड्डी गलती राम राय ने यह की जदों उन्हें आसा जी की वार दे विच जिहड़ी तुक है उचारी हुई, जिहदे विच सतगुरां ने बचन किया, मिट्टी मुसलमान की पेड़ है पई घुमियार। इस तुक नूं औरंगजेब नूं खुश करने के लिए उन्हें बदल दिता। राम राय ने कहता जी नहीं, इत्थे मिट्टी मुसलमान की नहीं लिखिया, असल दे विच गुरु साहब ने मिट्टी बेईमान की लिखिया, ये किते गलती नाल मुसलमान की लिखिया गया। उन्हें आप दी जाने च खुश करने का यत्न किया, लेकिन गुरु नानक के दर की मर्यादा भी गुरु मर्यादा ते गुरु के बचन नूं, गुरु की बाणी नूं ना कोई बदल सकता ते ना कोई बदल सकिया, क्योंकि ये धुर की बाणी है। वाहो वाहो बाणी निरंकार है तिस जेवड़ अवरना कोई, ये बाणी कोई किसी की काव्य रचना नहीं, ये आप अल्लाह निरंकार अकाल पुरख वाहिगुरू का उपदेश है, जिहड़ा सारी मनुखता के लिए सांझा है, जिहड़ा किसी भी राजनीतिक या किसी समाजिक दबाव के हेठ बदलिया नहीं जा सकता। बाणी ये नहीं भी अपने टब्बर को खुश करने लिए जो मर्जी पढ़ दो, किसी राजे को खुश करने लिए जो मर्जी शब्द ला दो। वैसे अजकल यही चलता ना, मरग का प्रोग्राम हो आही शब्द लाने हैं जी, आ शब्द नहीं लाना, खुशी का प्रोग्राम हो आ शब्द नहीं लाना, आ सुखा की बाणी है, आ दुखों की बाणी है, ऐसी ये वंडियां पा दी। लेकिन बाणी साडे जीवन को शंगारदी है गुणा दे नाल। बाणी कोई सुखा दे दुखों वाली नहीं होंदी, सारी बाणी सुखों वाली है जे भरोसा किया जाए। जे साडा भरोसा ही नहीं तो दुख तो जिंदगी दे विच आउणे है ना। जे बाणी नूं मनना ही नहीं, गल तो बाणी नूं मनण दी है, मन की जिंदगी दे विच धारण करन दी है। प्यारिओ, बाणी सारी सुख दिंदी है। एक ओंकार तो लैके 18 10 20 तक तुसीं पढ़ लो, सारी बाणी गुरु नानक दी तुहाडे जीवन नूं सुखां दे नाल भर देवेगी, ऐसे आनंद दे नाल भी शरीर दा पुरजा पुरजा कट्टिया जावे, लेकिन अकाल दा शुक्र करदा गुरु दा सिख। कोई दुनिया का दुख वो जिंदगी में डुला नहीं सकता, एडी आत्मिक मजबूती बख्शती है धन गुरु ग्रंथ साहिब महाराज सच्चे पातशाह की बाणी। इनू बदलिया नहीं जा सकता। राम राय ने गलती की। मैं छोटा जिहा इतिहास जिहड़ा पिछों लै रहा है ताकि पूरी गल की समझ आ जाए। उन्हें कहा भी नहीं, मिट्टी बेईमान की लिखिया, मुसलमान की नहीं लिखिया। उहदी इस तुक नूं बदलण दे चक्कर दे विच गुरु साहब ने राम राय नूं फटकार दिता। कहंदे तू मेरे मत्थे ना लगी, तू गुरु नानक साहब दे दर दा सब तो वड्डा दोषी ते गुनाहगार है, जिन्हें यह जुरत की है धन गुरु नानक साहब के बचनों को बदल दी, वो भी एक औरंगजेब वर्गे मलेच्छ नूं खुश करने वास्ते। फटकार दिता, तू गुरु नानक की गद्दी का हकदार नहीं हो सकता, मत्थे ना लगन का हुक्म दे दिता। उस वक्त सतगुरां ने अपने छोटे साहिबजादे साहिब श्री गुरु हरकृष्ण सच्चे पातशाह, जिन्होंने समय के मुताबिक योग जानिया, गुरता गद्दी वास्ते अपना ज्योति जोत समा नेड़े जाणदे होया सतगुरां ने सारी संगत नूं आग्या दी भी साडे तो बाद गुरु नानक की 8वीं जोत के वारस साहिब श्री गुरु हरकृष्ण साहिब होणगे। इन्हों ही निरंकारी नानक की जोत समझिया जाए तो गुरु नानक के उपदेशों को अगे प्रचारित करनगे, प्रसारित करनगे। गुरु हरराय साहब की आग्या के मूजब उन्होंने ज्योति जोत समाउण तो अगले दिन कत्तक वधी 10 6 कत्तक संमत 1718 के मुताबिक 7 अक्तूबर सन 1661 में सोमवार के दिन साहिब श्री गुरु हरकृष्ण साहब सच्चे पातशाह जी नूं गुरता गद्दी का जो तिरक लाया गया। ये गुरता गद्दी की जिहड़ी रस्म है कीरतपुर साहिब दे विच हुई। उस वक्त इतिहासकार दसदे ने सतगुरां की उम्र लगभग 5.25 साल की सी, 5.25 साल की। हुण पुरातन जी हिंदू मत का जिहड़ा इतिहास असीं पढ़ते हैं ना तो उहदे विच पता लगता है भी कहंदे जिहदी उम्र 25 तो लैके 30 साल तो विच नहीं, 25 तो घट होवे ते 30 साल तो लैके 25 साल तक का पैमाना दसदे हैं। कहंदे उस बंदे नूं कदे भी किसी राजनीतिक, समाजिक, धार्मिक या किसी भी गुट का आगू नहीं बनाना चाहिए।
कारण की है, कहते नाबालिग किशोरा अवस्था होंगी है। आम तौर पर हुण गौरमेंट भी वोट तां ही बनाउंदी ना, 18 साल का जो बच्चा हो जाए भी अडल्ट हो गया, अडल्टनैस आ गया, अपने फैसले लैण का अधिकार। हुण 5.25 साल का बच्चा ते गुरु नानक की गद्दी का वारस, एड्डी वड्डी जोत का वारस, एड्डी वड्डी फिलोसफी का धारणी, वो कहते भी 25 साल तो घट उम्र के बच्चे नूं ना राजनीतिक आगू, ना धार्मिक आगू, ना किसी समाजिक आगू बनाया जा सकता। क्यों? क्योंकि उम्र कच्ची है, राजनीति कच्ची है, धर्म कच्चा होवेगा, उहदियां धार्मिक राजनीतिक गल्लां दे विच पुख्तगी नहीं होवेगी। लेकिन गुरु नानक की जोत दे विच सब तो पहली एक ही उदाहरण दुनिया दे विच आउंदा भी 5.25 साल का बच्चा गुरता गद्दी ते बैठा हो। असल दे विच दुनिया के लिए बेशक वो बच्चा शरीर बच्चों वाला, लेकिन जोत निरंकार अकाल पुरख धन गुरु नानक साहब दी है। हुण एक ईरान का शायर होया शेख सैदगी, उन्हें बड़ी प्यारी गल लिखी है। वो कहता तवंगरी बा दिलस्त नाके बा माल, बुजुर्गी बा अकलस्त नाके बा साल। ये असल दे विच गुरु नानक ने दुनिया को उदाहरण देना सी, क्योंकि समा पिया, समय दे विच बड़े ऐसे भगत हुए ने, छोटे बच्चे ध्रुव ते प्रहलाद वर्गे, जिहड़े पूर्ण तौर पर भगत हुए ने, छोटी छोटी उम्रां दे विच जिन्हां ने रब की बंदगी की, इबादत की है। गां समा आउण ते छोटे बच्चे 7 ते 9 साल के गुरु कलगीधर साहब के महान शहीद भी हुए ने। लेकिन अज गुरु नानक की गद्दी दे विच, गुरु नानक निरंकारी की जोत दे विच 5.25 साल की उम्र दे विच एक बच्चा गुरु नानक की गद्दी का वारस बनिया। शेख सैदगी कहता है दुनिया के लोगों, किसी की अमीरी नापनी होवे ना, अमीरी तवंगरी अमीरी भी बंदा अमीर किन्ना है, तो वो बैंक बैलेंस तो ना नापिया करो भी वो खाते च बैलेंस किन्ना, वो खाते च पैसे किन्ने आ। असल दे विच अमीरी नापनी तो वो दिल तो नापो भी बंदा दलेर किन्ना, दिल का अमीर किन्ना हो सकता। खाते दे विच 10 करोड़ होवे ते दिल दे विच ऐडा एक जिहड़ी चूहे वाली जिहड़ी भावना हुंदी है ना, ऐडी लालची बिरती होवे भी 1 रुपया कढ़ण तो गुरेज ना करता हो। ऐसे अमीर का की लाभ भी खात्यां दे विच करोड़ां भरिया होवे ते दिल जिहड़ा उहदा चूहे वर्गा होवे। जे अमीरी नापनी ते बंदे दी दलेरी तो नापो, बुजुर्गी बा अकल अस्त नाके बा साल। जे बुजुर्गी नापनी होवे ना, बुजुर्ग हुंदा है, बुजुर्गी एक उम्र का पड़ाव हुंदा है। बच्चा, जवान ते बुजुर्ग, ये उम्र के 3 पड़ाव ने, ये उपाधियां ने उम्र दियां। बचपन, जवानी ते बुढ़ापा, ये बंदे दी उम्र के 3 पड़ाव हुंदे ने। बुजुर्गी की जिहड़ी उपाधि है, बुजुर्गी का जिहड़ा मैडल है, बंदे नूं उदों मिलदा जदों उहदी उम्र पूरी तजुर्बेदार हो जाती है, उहनूं जिंदगी जीण का बहुत वड्डा तजर्बा आ जाए, बहुत वड्डी सियाणप आ जाए उहदे अंदर। हुण एक बच्चा जिहड़ा 2 साल का, एक बुजुर्ग जिन्हें 70 साल तक जिंदगी देखी है, कितना वड्डा तजर्बा, कितना कुछ उन्हें वेखिया अपनी जिंदगी दे विच। वो कहते जे किसी की बुजुर्गी नापनी है ना, तो वही चिट्टी दाढ़ी तो ना वेख्या करो, वही अकल तो नापो। हो सकता है 100 साल का बुढ़ा इहो जी बेअकली गल कर जे जिहड़ा 5 साल का बच्चा भी ना कर सकता होगा, तो हो सकता है 5 साल का बच्चा एडी वड्डी अकल वाली गल कर जे जिहदी उम्मीद असीं 100 साल के बजुर्ग तो भी ना कर सकिया। को सतनाम श्री वाहिगुरू हुंदा है। साडे समाज दे विच तुहानूं इहो ਜਿਹੇ बापू मिल जाणगे चिट्टी दाढ़ी वाले बजुर्ग ने 70 80 साल दी उम्र, लेकिन जो मूँह दे विचों बोलते हैं धर्म के नाल वो गल्लां वो करते हैं तो सुन लगे शर्म आ जाती है। इन्नियां नीचता भरियां कई गल्लां कर जाते हैं चिट्टी दाढ़ी वाले बजुर्ग। असीं की कहने भी जिहदी दाढ़ी चिट्टी वो सियाणा नहीं। प्यारे सियाणप उम्र की मोहताज नहीं। सियाणप जिहड़ा ज्ञान हुंदा है वो किसी उम्र दे विच दा उम्र का मोहताज नहीं हुंदा भी चिट्टी दाढ़ी वाले नूं बड़ा ज्ञान या छोटे बच्चे को ज्ञान नहीं हो सकता। ज्ञान उस रब की देन है, वो किसी भी उम्र दे विच प्रकाशमान हो सकता है। सो बचन कीते 5.25 साल की उम्र है। धन गुरु हरकृष्ण सच्चे पातशाह की 5.25 साल की उम्र दे विच गुरु हरराय साहब जी ने गुरता गद्दी साहब श्री गुरु हरकृष्ण साहब को बख्शी है। हुण जिहड़ा राम राय है गुरु हरकृष्ण साहब का वड्डा भरा, वो विरोधी तो शुरू तो ही है, लालची बिरती वाला है। जो वो दिल्ली बैठा, दिल्ली के कोले बादशाह औरंगजेब के कोले, तो जो उन्होंने पता लग्या भी गुरु हरराय साहब को गुरता माफ करना, गुरु हरकृष्ण साहब को गुरु हरराय साहब ने गुरता गद्दी बख्श दी है, मैनू फटकार दिता, तो वो मन में बड़ा धड़कना लग्या, बड़ी अग लगी। उन्हें कुछ चालां चलनियां शुरू कीतियां।
सब तो पहला उन्हें जिहड़े अपने नाल जिहड़े मसंद गंढे हुए सी, मसंदा नूं कह के संगत दे विच इह झूठ कूड़ प्रचार करना शुरू कर दिता। क्योंकि अजकल तो अपने कोल सोशल मीडिया है, एक मिनट दे विच सानूं खबर पता लग जाती है। टैलीविजन ने जिहड़े मर्जी दुनिया के कोने ते कोई तूफान मचे, मिनटां दे विच खबर साडे कोले आ जाती। उस वक्त जमाना ही कुछ ऐसा सी, चिट्ठियां जांदियां सी, चिट्ठियां जाण लग्गियां कई दिन लग जांदे सी। किसी नहीं पता लगता सी भी दुनिया के किहड़े कोने ते की होया। कोई आके दसदा सी, कई सालों बाद कई महीनों बाद फिर पता लगता सी। समा ही ऐसा सी, टैक्नोलॉजी नहीं सी। अजकल समा बड़ा एडवांस है। राम राय ने संगत का माइंड वॉश करने वास्ते अपने जिहड़े मसंदा नूं भेजिया, मसंदा ने जाके संगत दे विच झूठ प्रचार किया भी गुरु हरराय साहब ने अपने बड़े पुत्र राम राय नूं गद्दी दे दी, वो गुरु है गुरु नानक की गद्दी का। लेकिन उस वक्त कीरतपुर दी जिहड़ियां मौजूदा संगतां सी, सुचेत संगतां, कुछ वो जानते सन सब कुछ, क्योंकि उन्होंने सामने सारा कुछ होया सी। उन्होंने राम राय का यह जिहड़ा झूठा प्रभाव संगत ते पैण ना दिता। कुछ क मसंद ते कुछ क जिहड़े राम राय के चेले चपाटे उन्होंने गुरु मान के बैठ गए। अज भी आ राम राइए जिहड़े तुरे फिरदे है, जिहड़े राम राय नूं गुरु मानते हैं, ये उन्होंने अंश मंश तो चले फिरदे। लेकिन ज़्यादातर संगत ते प्रभाव नहीं पिया। संगत नूं पता लग गया समा पैण ते संगत सुचेत हो गई भी नहीं, राम राय ने गुरु घर दे नाल धरोह कीता, गुरु नानक की बाणी नूं बदलण दा यतन कीता। उन्हें गुरु नानक साहब की तुक नूं बदलिया, गुरु साहब ने फटकारिया ते गुरु हरकृष्ण साहब नूं गुरदा गद्दी बख्शी है। ते गुरु नानक की गद्दी के वारस 8वें गुरु नानक साहब श्री गुरु हरकृष्ण साहब ने। हुण राम राय ने जो इधरों मूँह दी खाधी भी जो पता लगा भी मेरिया चालों का कोई असर नहीं हो रहा, कोई मैनूं गुरु मान नहीं रहा, बस वो जिहड़े चेले चपाटे सी नाल उही उहनूं गुरु कहिंदे सी, उन्हें जाके औरंगजेब नूं भड़काउण दा यतन कीता। औरंगजेब नूं हुण औरंगजेब है ही कमीनी सोच वाला इंसान, जिन्हें बहुत वड्डा एक वैर कमाया गुरु नानक की सिੱਖੀ दे नाल। असीं पढ़दे इतिहास। हुण औरंगजेब के दरबार दे विच राम राय जाके कहंदा मैं गुरु हरराय साहब का वड्डा पुत्र हाँ बादशाह औरंगजेब, ते मेरा प्यो तुहाडा विरोधी रहा शुरू तो, मेरा प्यो तुहाडा विरोधी रहा, वो तुहानूं मलेच कहंदा, तुहानूं पसंद नहीं करदा, ते मैं तुहाडा आदर करदा क्योंकि तुसीं साडे बादशाह हो, मुगलिया सल्तनत दे नवाब हो, मैं तुहाडा आदर करदा, मैं तुहाडी इज्जत करदा, ते मेरी तुहाडे नाल नेड़ता मेरे प्यो नूं चंगी नहीं लगी, उन्होंने मेरे नाल धोखा कीता। मेरे जिस गुरु नानक की गद्दी का वारस मैं बनना सी, मैं वड्डा पुत हां, मेरा हक सी, मेरा हक खो के 5.25 साल के मेरे छोटे भरा नूं दे दिता। तुसीं दसो भी 5.25 साल का बच्चा कदे गद्दी का वारस बन सकता है? मेरे नाल धोखा होया। ये मेरे नाल धोखा इस करके होया कि मैं तुहाडा सत्कार करदा, तुहाडा आदर करदा, इस करके मेरे नाल ये वैर कमाया गया, मैनूं न्याय दिओ। हुण औरंगजेब है तो कमीनी सोच वाला, औरंगजेब नूं कोई राम राय नाल हमदर्दी नहीं, लेकिन फिर भी उन्हें परत्याउण वास्ते एक बारी औरंगजेब ने राम राय नूं इह कहा, वो कहंदा तूं एडी परवाह क्यों करदा, तूं की लैणा गद्दी तो, की रखिया गद्दी दे विच, तेनों असीं बड़ा कुछ जगीर दित्ती है, तेनों जमीन जायदाद भी असीं दित्ती हुई है, तू ऐशो आराम कर, जे होर जमीन चाहिए तो साडे तो ले ला। दूसरी गल, जे गद्दी ते बैठा तेरा छोटा भरा ही है 5.25 साल का, तू उहदे नाल वैर करके की लेना, छड्ड परे गद्दी नूं। लेकिन फिर औरंगजेब के दिमाग दे विच इह चाल आई भी ये जिहड़ा राम राय है ये मेरा बंदा है, मेरा प्रशंसक है, मेरा उपासक है, ते मेरे अंडर दे विच है। अगर जे ये गद्दी ते बैठ जावे ते ये जिहड़ी गुरु नानक की जिहड़ी सारी गद्दी है ये मेरे कब्जे च आ जाएगी, तो मैं जिद्दां चाहां राम राय तो अपने फैसले करवाया करांगा, ते जिहड़े गुरु नानक के सिख ने सारे मुसलमान बन जाणगे। क्योंकि औरंगजेब का यह टीचा सी भी सारे हिंदुस्तान दे विच मुसलमान धर्म फैला दो, जबरन फैलाउणा चाहुंदा सी। इतिहास तो यह दसदा है भी वो 1.25 मन जनेऊ रोजाना ला के रोटी खाता सी, एडे कमीनगी भावना वाला सी औरंगजेब, एडा दुष्ट सी। हुण औरंगजेब के दिमाग से आया भी चलो वेखते हैं, फैसला करते भी की बनता है, या तो राम राय नूं गद्दी ते बहुने हैं, नहीं तो ये छोटे भरा है तो 5.25 साल का बच्चा ही, उन्होंने लालच दे दिंदे, धमका दिंदे, अपने वस दे विच कर दिंदे। ये जिहड़ी गद्दी साडे अंडर च आ गई तो उस तो बाद जिद्दां चाहे असीं इस्लाम धर्म दे लई इहदा इस्तेमाल करांगे। औरंगजेब की ये सोच सी। ते राम राय के कहण ते औरंगजेब ने गुरु हरकृष्ण साहब नूं दिल्ली बुलाउणा चाहिया, दिल्ली भेज
ਉਹਨਾਂ ਨੂੰ ਬੁਲਾਇਆ ਜਾਵੇ, ਪੇਸ਼ ਕੀਤਾ ਜਾਵੇ। ਮੁਕੱਦਮਾ ਜਿਹੜਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ 'ਚ ਕੀਤਾ ਵੀ ਮੈਨੂੰ ਨਿਆਂ ਦਿਵਾਇਆ ਜਾਵੇ, ਮੇਰੇ ਭਰਾ ਨੇ ਮੇਰਾ ਹੱਕ ਲੁੱਟ ਲਿਆ। ਤੇ ਔਰੰਗਜ਼ੇਬ ਨੇ ਆਖਿਆ ਵੀ ਬੁਲਾਓ, ਗੁਰੂ ਹਰਕ੍ਰਿਸ਼ਨ ਨੂੰ ਦਿੱਲੀ ਬੁਲਾਇਆ ਜਾਵੇ। ਹੁਣ ਔਰੰਗਜ਼ੇਬ ਨੂੰ ਇਹ ਵੀ ਪਤਾ ਸੀ ਵੀ ਗੁਰੂ ਹਰਰਾਏ ਸਾਹਿਬ ਨੇ ਇਹ ਬਚਨ ਕੀਤੇ ਸੀ, ਨਹਿ ਮਲੇਛ ਕੋ ਦਰਸ਼ਨ ਦੇ ਹੈ, ਵੀ ਇਹਨਾਂ ਮਲੇਛਾਂ ਨੂੰ ਅਸੀਂ ਦਰਸ਼ਨ ਨਹੀਂ ਦੇਣੇ। ਤੇ ਉਹਨਾਂ ਬਚਨਾਂ ਨੂੰ ਪੂਰਾ ਕਰਨ ਦੇ ਲਈ ਗੁਰੂ ਹਰਕ੍ਰਿਸ਼ਨ ਨੇ ਸਾਡੇ ਬੁਲਾਵੇ ਤੇ ਨਹੀਂ ਆਉਣਾ। ਉਹਨੇ ਚਾਲ ਚੱਲੀ ਵੀ ਬੁਲਾਇਆ ਜਾਵੇ ਕਿਸੇ ਢੰਗ ਦੇ ਨਾਲ, ਸਿੱਧਾ ਨਾ ਬੁਲਾਇਆ ਜਾਵੇ, ਵਿਰੋਧਤਾ ਨਾ ਬੁਲਾਈ ਜਾਵੇ, ਕਿਉਂ ਨਾ ਪਿਆਰ ਦੇ ਨਾਲ ਸੱਦਿਆ ਜਾਵੇ। ਉਹਨੇ ਮਿਰਜ਼ਾ ਰਾਜਾ ਜੈ ਸਿੰਘ ਜੋ ਗੁਰੂ ਨਾਨਕ ਦਾ ਸਿੱਖ ਸੀ ਤੇ ਔਰੰਗਜ਼ੇਬ ਦਾ ਅਹੁਦੇਦਾਰ ਸੀ ਤੇ ਗੁਰੂ ਨਾਨਕ ਦੀ ਗੱਦੀ ਦਾ ਉਹ ਉਪਾਸ਼ਕ ਸੀ, ਉਹਨੇ ਰਾਜਾ ਜੈ ਸਿੰਘ ਨੂੰ ਕਿਹਾ ਵੀ ਤੂੰ ਮੇਰੇ ਵੱਲੋਂ ਗੁਰੂ ਹਰਕ੍ਰਿਸ਼ਨ ਨੂੰ ਚਿੱਠੀ ਲਿਖ, ਜਿਹਦੇ ਵਿੱਚ ਮੇਰਾ ਨਾਮ ਨਾ ਲਿਖੀ, ਤੂੰ ਆਪਣੇ ਤੌਰ ਤੇ ਉਹਨਾਂ ਨੂੰ ਦਿੱਲੀ ਸੱਦ। ਰਾਜਾ ਜੈ ਸਿੰਘ ਨੂੰ ਆਖਿਆ। ਰਾਜਾ ਜੈ ਸਿੰਘ ਨੂੰ ਹੁਕਮ ਜਦੋਂ ਔਰੰਗਜ਼ੇਬ ਨੇ ਦਿੱਤਾ ਤੇ ਰਾਜਾ ਜੈ ਸਿੰਘ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਨੂੰ ਇੱਕ ਪੱਤਰ ਭੇਜਿਆ ਤੇ ਦਰਸ਼ਨਾਂ ਦੀ ਆਸ ਦੀ ਬੇਨਤੀ ਕੀਤੀ ਵੀ ਸਤਿਗੁਰੂ ਕਿਰਪਾ ਕਰੋ, ਮਿਹਰਮਤ ਕਰੋ, ਦਿੱਲੀ ਦੀ ਸੰਗਤ ਆਪ ਜੀ ਦੇ ਦੀਦਾਰ ਕਰਨਾ ਚਾਹੁੰਦੀ ਹੈ, ਮਿਹਰ ਕਰੋ। ਪਹਿਲਾਂ ਸਤਿਗੁਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਰਾਜਾ ਜੈ ਸਿੰਘ ਗੁਰੂ ਨਾਨਕ ਸਾਹਿਬ ਦਾ ਭਗਤ ਸੀ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਸ਼ੰਸਕ ਸੀ। ਸਤਿਗੁਰਾਂ ਨੇ ਉਹਦੇ ਬਚਨਾਂ ਨੂੰ ਮੋੜਿਆ ਨਹੀਂ। ਸਤਿਗੁਰਾਂ ਨੇ ਆਖਿਆ ਜਿੱਥੇ ਸੰਗਤ ਸਾਨੂੰ ਯਾਦ ਕਰੇਗੀ ਅਸੀਂ ਸੰਗਤ ਦੇ ਬੁਲਾਵੇ ਤੇ ਜ਼ਰੂਰ ਜਾਵਾਂਗੇ, ਸੋ ਦਿੱਲੀ ਨੂੰ ਜਾਣ ਦਾ ਜਿਹੜਾ ਤਿਆਰੀ ਕਰ ਲੇਗੀ। ਰਾਜਾ ਜੈ ਸਿੰਘ ਦੇ ਬੁਲਾਵੇ ਤੇ ਸੱਦਿਆ ਗਿਆ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ। ਹੁਣ ਸਤਿਗੁਰਾਂ ਦੇ ਨਾਲ ਬੜੀਆਂ ਸੰਗਤਾਂ ਵੀ ਨੇ, ਮਾਤਾ ਜੀ ਵੀ ਨੇ, ਸਭ ਲੋਕ ਦਿੱਲੀ ਨੂੰ ਰਵਾਨਾ ਹੋਏ ਤੇ ਅੰਬਾਲੇ ਦੇ ਕੋਲੇ ਪੰਜੋ ਖਰਾ ਇੱਕ ਪਿੰਡ ਹੈ ਅੰਬਾਲੇ ਦੇ ਕੋਲੇ। ਜਦੋਂ ਦਿੱਲੀ ਵੱਲੋਂ ਅਸੀਂ ਚਾਹੁੰਦੇ ਹਾਂ ਕੀਰਤਪੁਰ ਸਾਹਿਬ ਤੋਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਜੀਟੀ ਰੋਡ ਖਾਣੀ, ਉੱਥੇ ਪੰਜੋ ਖੋਰਾ ਇੱਕ ਪਿੰਡ ਆਉਂਦਾ ਹੈ ਜਿੱਥੇ ਸਤਿਗੁਰਾਂ ਨੇ ਪੜਾਵ ਲਾਏ ਤੇ ਲਾਈਨ ਮਾਰ ਦਿੱਤੀ ਵੀ ਬਾਕੀ ਸੰਗਤਾਂ ਵਾਪਸ ਮੁੜ ਜਾਣ, ਹੁਣ ਸਾਡੇ ਨਾਲ ਕੋਈ ਨਹੀਂ ਜਾਵੇਗਾ, ਸਿਰਫ ਸਾਡੇ ਪਰਿਵਾਰ ਦੇ ਕੁਝ ਮੈਂਬਰ ਦੇ ਕੁਝ ਖਾਸ ਸਿੱਖ ਹੀ ਜਾਣਗੇ। ਕਿਉਂ? ਕਿਉਂਕਿ ਸਤਿਗੁਰਾਂ ਨੂੰ ਮੁਗਲੀਆ ਸਲਤਨਤ ਦਾ ਚੰਗੀ ਤਰ੍ਹਾਂ ਪਤਾ ਸੀ। ਇਹ ਹਮੇਸ਼ਾ ਤੋਂ ਧੋਖੇਬਾਜ਼ ਤੇ ਫਰੇਬ ਰਹੇ ਨੇ। ਪਹਿਲਾਂ ਵੀ ਇਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਲਾਹੌਰ ਸੱਦ ਕੇ ਇਹਨਾਂ ਨੇ ਸ਼ਹੀਦ ਕੀਤਾ, ਬੜੇ ਦਗੇ ਕਮਾਏ ਨੇ ਗੁਰੂ ਨਾਨਕ ਦੀ ਸਿੱਖੀ ਦੇ ਨਾਲ, ਤੇ ਇਹ ਕੁਝ ਵੀ ਕਰ ਸਕਦੇ ਨੇ, ਸੰਗਤ ਦਾ ਕੋਈ ਨੁਕਸਾਨ ਨਾ ਹੋਵੇ, ਇਸ ਕਰਕੇ ਸਤਿਗੁਰਾਂ ਨੇ ਸੰਗਤ ਨੂੰ ਵਾਪਸ ਭੇਜ ਦਿੱਤਾ। ਹੁਣ ਪੰਜੋ ਖਰੇ ਦੇ ਵਿੱਚ ਇੱਕ ਬ੍ਰਾਹਮਣ ਹੈ ਜੋ ਬੜੀ ਹੰਕਾਰੀ ਬਿਰਤੀ ਦਾ ਹੈ, ਜਿਹਨੂੰ ਆਪਣੀ ਵਿਦਿਆ ਦਾ ਅਭਿਮਾਨ ਹੈ, ਹੰਕਾਰ ਹੈ। ਇਹ ਸਤਿਗੁਰਾਂ ਦੇ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਨੁਕਤਾ। ਉਹ ਬ੍ਰਾਹਮਣ ਵੇਦਾਂ ਦਾ ਬੜਾ ਗਿਆਤਾ ਹੈ, ਬੜੇ ਸ਼ਾਸਤਰਾਰਥ ਜਾਣਦਾ ਹੈ, ਬੜੇ ਧਾਰਮਿਕ ਗ੍ਰੰਥ ਉਹਨੇ ਪੜ੍ਹੇ ਨੇ, ਤੇ ਬ੍ਰਾਹਮਣ ਦੇ ਮਨ ਦੇ ਵਿੱਚ ਇਹ ਅਭਿਮਾਨ ਸੀ ਵੀ ਇਹ 5.25 ਸਾਲ ਦੇ ਜਵਾਕ ਨੂੰ ਇਹਨਾਂ ਨੇ ਗੁਰੂ ਨਾਨਕ ਦੀ ਗੱਦੀ ਤੇ ਬਿਠਾ ਰੱਖਿਆ ਤੇ ਨਾਮ ਵੀ ਸ਼੍ਰੀ ਹਰਕ੍ਰਿਸ਼ਨ ਰੱਖਿਆ ਹੋਇਆ। ਐਡਾ ਵੱਡਾ ਨਾਮ ਇਹਨੇ ਰੱਖਿਆ ਹੋਇਆ ਹੈ, ਇਹ ਲੋਕਾਂ ਦੇ ਵਿੱਚ ਪਖੰਡ ਫੈਲਾ ਰਿਹਾ ਹੈ, ਅਧਰਮ ਫੈਲਾ ਰਿਹਾ ਹੈ। ਉਹਦੀ ਇਹ ਸੋਚ ਹੈ, ਹੰਕਾਰੀ ਸੋਚ ਹੈ ਉਸ ਬ੍ਰਾਹਮਣ ਦੀ। ਉਹ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋਇਆ, ਕਹਿੰਦਾ ਤੁਸੀਂ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਹੋ ਤੇ ਤੁਹਾਡਾ ਨਾਮ ਵੀ ਸ਼੍ਰੀ ਹਰਕ੍ਰਿਸ਼ਨ, ਐਡਾ ਵੱਡਾ ਨਾਮ ਸ਼੍ਰੀ ਹਰਕ੍ਰਿਸ਼ਨ। ਕਹਿੰਦਾ ਦੁਆਪਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਗੀਤਾ ਉਚਾਰੀ ਸੀ। ਕਹਿੰਦਾ ਜੇ ਤੁਸੀਂ ਹਰਕ੍ਰਿਸ਼ਨ ਨੂੰ ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਸ ਬਣੇ ਫਿਰਦੇ ਹੋ ਤੇ ਤੁਸੀਂ ਉਸ ਗੀਤਾ ਦੇ ਮੈਨੂੰ ਅਰਥ ਹੀ ਸਮਝਾ ਦਿਓ। ਅਸਲ ਦੇ ਵਿੱਚ ਬ੍ਰਾਹਮਣ ਨੇ ਸਤਿਗੁਰਾਂ ਦੀ ਇੱਥੇ ਪਰਖ ਕਰਨੀ ਚਾਹੀ, ਹੰਕਾਰੀ ਪੰਡਤ ਨੇ ਪਰਖ ਕਰਨ ਦੇ ਲਈ ਆਇਆ, ਲੇਕਿਨ ਜਾਣੀ ਜਾਣ ਸ਼ਹਿਨਸ਼ਾਹ ਪ੍ਰੀਤਮ ਬ੍ਰਾਹਮਣ ਨੂੰ ਸਿਰਫ ਇਹਨਾਂ ਅੱਖਾਂ ਦੇ ਨਾਲ, ਇਹ ਦੁਨਿਆਵੀ ਅੱਖਾਂ ਦੇ ਨਾਲ ਸਤਿਗੁਰਾਂ ਦਾ ਸਰੀਰ ਵਿਖਿਆ। ਬ੍ਰਾਹਮਣ ਇਹ ਭੁੱਲ ਗਿਆ ਵੀ ਇਸ ਛੋਟੇ ਜਿਹੇ ਸਰੀਰ ਦੇ ਵਿੱਚ ਜਿਹੜੀ ਜੋਤ ਬੈਠੀ ਹੈ ਉਹਦਾ ਪਾਰਾਵਾਰ ਹੀ ਕੋਈ ਨਹੀਂ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਹੁਣ ਬ੍ਰਾਹਮਣ ਨੇ ਜਦੋਂ ਇਹ ਸ਼ੰਕਾ ਕੀਤਾ ਤੇ ਸਤਿਗੁਰਾਂ ਨੇ ਬੜੀ ਨਿਮਰਤਾ ਦੇ ਨਾਲ ਆਖਿਆ, ਬ੍ਰਾਹਮਣ ਜੀ ਤੁਸੀਂ ਤਾਂ ਸਾਡੇ ਤੋਂ ਉਮਰ ਦੇ ਵਿੱਚ ਬੜੇ ਵੱਡੇ ਹੋ, ਤਜਰਬੇ ਦੇ ਵਿੱਚ ਵੀ ਬੜੇ ਵੱਡੇ ਹੋ, ਵਿਦਿਆ ਦੇ ਵਿੱਚ ਵੀ ਬਹੁਤ ਮਹਾਨ ਹੋ, ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਤੁਹਾਨੂੰ ਸ਼ਾਸਤਰਾਂ ਦਾ ਗਿਆਨ ਹੈ, ਤੁਸੀਂ ਧਾਰਮਿਕ ਵੇਦ ਗ੍ਰੰਥ ਸਾਰੇ ਪੜ੍ਹੇ ਨੇ, ਸਾਡੀ ਤਾਂ ਪੜ੍ਹਾਈ ਵੀ ਐਡੀ ਕੋਈ ਨਹੀਂ। ਅਸੀਂ ਕੀ ਵੱਡੇ ਬਣਨਾ, ਅਸੀਂ ਕੀ ਗੁਰੂ ਬਣਨਾ, ਅਸੀਂ ਕੀ ਰੱਬ ਬਣਨਾ, ਅਸੀਂ ਤਾਂ ਉਸ ਅਕਾਲ ਪੁਰਖ ਦੀ ਰਜ਼ਾ ਦੇ ਅਧੀਨ ਸਤਿਨਾਮ ਦਾ ਉਪਦੇਸ਼ ਜੋ ਸਤਿਗੁਰਾਂ ਨੇ, ਧੰਨ ਗੁਰੂ ਨਾਨਕ ਨੇ ਸਾਡੀ ਝੋਲੀ 'ਚ ਪਾਇਆ, ਉਹਦਾ ਪ੍ਰਸਾਰ ਕਰਨ ਦੇ ਲਈ ਇੱਥੇ ਬੈਠੇ ਆ। ਗੁਰੂ ਨਾਨਕ ਨੇ ਆਪ ਸਾਨੂੰ ਇਸ ਗੱਦੀ ਦੇ ਲਈ ਚੁਣਿਆ, ਗੱਦੀ ਦੇ ਲਾਲਚ ਦੇ ਲਈ ਨਹੀਂ। ਅਸੀਂ ਤਾਂ ਸਤਿਨਾਮ ਦਾ ਚੱਕਰ ਫਰਾਉਣ ਦੇ ਲਈ ਜੋ ਗੁਰੂ ਨਾਨਕ ਨੇ ਚਲਾਇਆ ਹੈ ਉਹਨੂੰ ਫੈਲਾਉਣ ਦੇ ਲਈ ਅਸੀਂ ਗੁਰੂ ਨਾਨਕ ਦੀ ਇਸ ਸੋਚ ਦੇ ਅੱਗੇ ਰਾਹ ਹੀ ਪਾ ਰਹੇ ਹਾਂ। ਤੇ ਅਸੀਂ ਕੀ ਵੱਡੇ ਬਣਨਾ, ਤੁਸੀਂ ਵੱਡੇ ਹੋ,
ਤੁਸੀਂ ਵਿਦਵਾਨ ਹੋ। ਹਾਂ ਠੀਕ ਹੈ, ਜੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਵੀ ਗੀਤਾ ਦੇ ਅਰਥ ਕਰਨੇ ਨੇ ਤੇ ਤੁਸੀਂ ਇੰਜ ਕਰੋ, ਕੋਈ ਨਗਰ ਦੇ ਵਿੱਚੋਂ ਕੋਈ ਐਸਾ ਬੰਦਾ ਲਿਆਓ, ਆਪਣੀ ਜਾਣਕਾਰੀ ਦੇ ਵਿੱਚੋਂ ਕੋਈ ਵੀ ਐਸਾ ਪੁਰਖ ਲਿਆਓ ਸੱਜਣ, ਅਸੀਂ ਉਸ ਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੰਨੇ ਆ, ਕਿਉਂਕਿ ਤੁਸੀਂ ਸਾਡੇ ਵਡੇਰੇ ਹੋ, ਤੁਹਾਡੇ ਸਾਹਮਣੇ ਬੈਠ ਕੇ ਅਸੀਂ ਅਰਥ ਕਰਨਾ ਚੰਗਾ ਨਹੀਂ ਸਮਝਦੇ। ਹੁਣ ਪੰਡਤ ਨੇ ਇੱਥੇ ਵੀ ਬੜੀ ਕਮੀਨਗੀ ਦਿਖਾਈ, ਸੋਚ ਦੇਖੋ। ਉਹਨੇ ਆਖਿਆ ਠੀਕ ਹੈ, ਇਹ ਵੀ ਬੜੀ ਚੰਗੀ ਗੱਲ ਹੈ। ਉਹ ਨਗਰ ਦੇ ਵਿੱਚੋਂ ਇੱਕ ਝੀਵਰ ਨਾਮ ਦਾ ਇੱਕ ਕਮਲਾ, ਜਿਹਨੂੰ ਛੱਜੂ ਝੀਵਰ ਕਿਹਾ ਜਾਂਦਾ ਸੀ, ਜਿਹੜਾ ਮੰਦਬੁੱਧੀ ਸੀ, ਮੈਂਟਲ ਇਨਸਾਨ ਸੀ, ਜਨਮਾਂਦਰੋਂ ਹੀ ਮੈਂਟਲ ਸੀ, ਜਿਹਦਾ ਦਿਮਾਗੀ ਵਿਕਾਸ ਨਹੀਂ ਹੋਇਆ ਸੀ, ਨਾ ਉਹਨੂੰ ਖਾਣ ਦਾ ਪਤਾ, ਨਾ ਉਹਨੂੰ ਪੀਣ ਦਾ ਪਤਾ, ਬੋਲਾ ਸੀ, ਗੁੰਗਾ ਸੀ ਤੇ ਮੰਦਬੁੱਧੀ ਇਨਸਾਨ ਸੀ। ਉਹ ਕਮਲੇ ਛੱਜੂ ਝੀਵਰ ਨੂੰ ਚੱਕ ਕੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕੋਲੇ ਲੈ ਆਇਆ, ਕਹਿੰਦਾ ਜੀ ਕਰਵਾਓ ਅਰਥ ਇੱਥੋਂ। ਸਤਿਗੁਰਾਂ ਨੇ ਆਖਿਆ ਠੀਕ ਹੈ, ਚੰਗੀ ਗੱਲ ਹੈ। ਸਤਿਗੁਰਾਂ ਨੇ ਛੱਜੂ ਝੀਵਰ ਨੂੰ ਬੜੇ ਪਿਆਰ ਦੇ ਨਾਲ ਉਹਦੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਕਹਿੰਦੇ, ਛੱਜੂ ਤੈਨੂੰ ਲੋਕ ਕਮਲਾ ਕਹਿੰਦੇ ਆ, ਅਸਲ ਦੇ ਵਿੱਚ ਤੂੰ ਕਮਲਾ ਨਹੀਂ, ਤੂੰ ਬਹੁਤ ਸਿਆਣਾ ਹੈ, ਤੂੰ ਬਹੁਤ ਵਿਦਵਾਨ ਹੈ, ਸਾਵਧਾਨ ਹੋ ਕੇ ਬਹਿ। ਸਤਿਗੁਰਾਂ ਦੀ ਕਿਰਪਾ ਦੇ ਨਾਲ ਛੱਜੂ ਸਾਵਧਾਨ ਹੋ ਕੇ ਬਹਿ ਗਿਆ। ਸਤਿਗੁਰਾਂ ਨੇ ਆਖਿਆ, ਛੱਜੂ ਬ੍ਰਾਹਮਣ ਜੀ ਨੂੰ ਅੱਜ ਗੀਤਾ ਦੇ ਅਰਥਾਂ ਦੇ ਕੋਈ ਸ਼ੰਕਾ ਹੈ, ਉਹ ਗੀਤਾ ਦੇ ਅਰਥ ਸਮਝਣ ਵਾਸਤੇ ਅੱਜ ਸਾਡੇ ਕੋਲੇ ਆਏ ਨੇ। ਇਹ ਸਾਡਾ ਡਿਊਟੀ ਜਿਹੜੀ ਤੂੰ ਨਿਭਾ, ਬ੍ਰਾਹਮਣ ਜੀ ਨੂੰ ਗੀਤਾ ਦੇ ਅਰਥ ਕਰਕੇ ਸੁਣਾ। ਸਤਿਗੁਰਾਂ ਨੇ ਮਿਹਰਾਮਤ ਕੀਤੀ, ਇਤਿਹਾਸ ਦੱਸਦਾ ਵੀ ਆਪਣੀ ਛੜੀ ਛੱਜੂ ਦੀ ਗਰਦਨ ਦੇ ਉੱਤੇ ਰੱਖੀ ਤੇ ਬ੍ਰਾਹਮਣ ਨੂੰ ਹੁਕਮ ਕੀਤਾ। ਸਤਿਗੁਰੂ ਕਹਿੰਦੇ ਪੁੱਛੋ ਜੋ ਪੁੱਛਣਾ ਚਾਹੁੰਦੇ ਹੋ ਤੁਸੀਂ। ਬ੍ਰਾਹਮਣ ਨੇ ਗੀਤਾ ਦੇ, ਹੁਣ ਗੀਤਾ ਜਦੋਂ ਅਸੀਂ ਪੜ੍ਹਦੇ ਹਾਂ, ਗੀਤਾ ਇੱਕ ਬਹੁਤ ਹੀ ਕਠਿਨ ਭਾਸ਼ਾ ਦਾ ਗ੍ਰੰਥ ਹੈ ਜਿਹੜਾ ਸੰਸਕ੍ਰਿਤ ਦੇ ਵਿੱਚ ਲਿਖਿਆ ਗਿਆ ਹੈ। ਉਹਨੂੰ ਪੜ੍ਹਨਾ ਹੀ ਬੜਾ ਔਖਾ, ਉਹਦੇ ਅਰਥ ਕਰਨੇ ਦਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਨੂੰ ਅਰਥ ਕਰਨ ਵਾਸਤੇ ਕਈ ਸਾਲਾਂ ਦੀ ਸਟੱਡੀ ਕਰਨੀ ਪੈਂਦੀ ਹੈ। ਇਹ ਸਨਾਤਨ ਮਤ ਦੇ ਵਿੱਚ 10-15 ਸਾਲ ਦੀ ਸਟੱਡੀ ਕਰਕੇ ਫਿਰ ਗੀਤਾ ਦੇ ਅਰਥ ਕਰਦਾ ਬੰਦਾ, ਕਿਉਂਕਿ ਭਾਸ਼ਾ ਬੜੀ ਜਟਿਲ ਹੈ। ਹੁਣ ਸਤਿਗੁਰਾਂ ਦੀ ਕਿਰਪਾ ਹੋਈ, ਬ੍ਰਾਹਮਣ ਨੇ ਗੀਤਾ ਦੇ ਔਖੇ ਤੋਂ ਔਖੇ ਸ਼ਲੋਕ ਪੜ੍ਹੇ। ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਹੜਾ ਛੱਜੂ, ਜਿਹਨੂੰ ਲੋਕ ਕਮਲਾ ਕਹਿੰਦੇ, ਬੋਲਾ ਕਹਿੰਦੇ, ਜਿਹੜਾ ਰਮਤਾ ਹੈ, ਉਹ ਛੱਜੂ ਬੜੇ ਪਿਆਰ ਦੇ ਨਾਲ ਗੀਤਾ ਦੇ ਅਰਥ ਕਰੀ ਜਾ ਰਿਹਾ, ਅਰਥ ਕਰੀ ਜਾ ਰਿਹਾ, ਅਰਥ ਕਰੀ ਜਾ ਰਿਹਾ। ਬ੍ਰਾਹਮਣ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਘਬਰਾਏ ਹੋਏ ਬ੍ਰਾਹਮਣ ਨੇ ਘਬਰਾਹਟ ਦੇ ਵਿੱਚ ਗੀਤਾ ਦਾ ਸ਼ਲੋਕ ਗਲਤ ਪੜ੍ਹ ਦਿੱਤਾ। ਛੱਜੂ ਨੇ ਰੋਕ ਦਿੱਤਾ। ਛੱਜੂ ਕਹਿੰਦਾ, ਬ੍ਰਾਹਮਣ ਜੀ ਇਹ ਸ਼ਲੋਕ ਏਦਾਂ ਨਹੀਂ, ਸ਼ਲੋਕ ਏਦਾਂ ਹੈ। ਸਹੀ ਕਰਕੇ ਸ਼ਲੋਕ ਪੜ੍ਹਿਆ ਤੇ ਵਾਪਸ ਉਹਦੇ ਅਰਥ ਕਰਕੇ ਦਿੱਤੇ। ਹੰਕਾਰੀ ਬ੍ਰਾਹਮਣ ਦਾ ਹੰਕਾਰ ਟੁੱਟਿਆ, ਸਤਿਗੁਰਾਂ ਦੇ ਚਰਨੀ ਪੈ ਗਿਆ, ਅੱਖਾਂ ਸੇਜਲ ਹੋ ਗਈਆਂ। ਕਹਿੰਦਾ, ਪਾਤਸ਼ਾਹ ਬਖਸ਼ ਲਓ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਮੇਰੀ ਮੱਤ ਬੜੀ ਛੋਟੀ ਹੈ। ਮੈਂ ਤਾਂ ਸਿਰਫ ਸਰੀਰ ਵੇਖ ਕੇ ਗੁਰੂ ਨਾਨਕ ਦੀ ਜੋਤ ਤੇ ਸ਼ੰਕਾ ਕਰ ਬੈਠਾ। ਮੈਂ ਇਹ ਭੁੱਲ ਗਿਆ ਸੀ ਵੀ ਇਸ ਛੋਟੇ ਸਰੀਰ ਦੇ ਵਿੱਚ ਜਿਹੜੀ ਜੋਤ ਬੈਠੀ ਹੈ, ਉਹਦਾ ਅੰਤ ਹੀ ਕੋਈ ਨਹੀਂ, ਉਹ ਬਲਿਹਾਰੀ ਹੈ, ਉਹਦਾ ਅੰਤ ਕਦੇ ਲਖਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਰਹਿਮਤ ਕਰੋ, ਸਤਿਗੁਰਾਂ ਨੇ ਪੰਡਤ ਨੂੰ ਬਖਸ਼ਿਆ, ਸੱਚ ਦਾ ਗਿਆਨ ਬਖਸ਼ਿਆ। ਉਸ ਤੋਂ ਬਾਅਦ ਇਹ ਹੁਣ ਇੱਕ ਬਹੁਤ ਵੱਡਾ ਉਦਾਹਰਣ ਹੈ ਵੀ 5.25 ਸਾਲ ਦੀ ਉਮਰ। ਹੁਣ ਮੈਂ ਪਹਿਲੇ ਕਰ ਚੁੱਕਿਆ ਨਾ, ਤਵੰਗਰੀ ਬਾ ਦਿਲਸਤ ਨਾ ਕੇ ਬਾ ਮਾਲ, ਬਜ਼ੁਰਗੀ ਬਾ ਅਕਲਸਤ ਨਾ ਕੇ ਬਾ ਸਾਲ, ਵੀ ਉਮਰ ਕਦੇ ਗਿਆਨ ਦੀ ਮੁਹਤਾਜ ਨਹੀਂ ਹੁੰਦੀ। ਇਹ ਸਾਬਤ ਕੀਤਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੇ। ਗਿਆਨ ਕਿਸੇ ਵੀ ਉਮਰ ਦੇ ਵਿੱਚ ਪ੍ਰਕਾਸ਼ਮਾਨ ਹੋ ਸਕਦਾ, ਸਤਿਗੁਰੂ ਦੀ ਰਹਿਮਤ ਹੋਵੇ। ਜ਼ਰੂਰੀ ਨਹੀਂ ਵੀ ਚਿੱਟੀ ਦਾੜੀ ਵਾਲੇ ਬੰਦੇ ਦੇ ਵਿੱਚ ਇਹ ਗਿਆਨ ਹੁੰਦਾ। 5.25 ਸਾਲ ਦਾ ਬੱਚਾ, ਜੰਮਦਾ ਬੱਚਾ ਵੀ ਸਾਨੂੰ ਉਹ ਅਕਲ ਦੇ ਸਕਦਾ ਹੈ ਜਿਹਦੀ ਉਮੀਦ ਅਸੀਂ ਵੱਡੇ ਵੱਡੇ ਬਜ਼ੁਰਗਾਂ ਤੋਂ ਜਾਂ ਵੱਡੇ ਵੱਡੇ ਫਿਲਾਸਫਰਾਂ ਤੋਂ ਵੀ ਨਹੀਂ ਕਰ ਸਕਦੇ। ਸੋ ਸਤਿਗੁਰਾਂ ਨੇ ਕਿਰਪਾ ਕੀਤੀ। ਅੱਗੇ ਦਿੱਲੀ ਹੁਣ ਸਤਿਗੁਰੂ ਪਹੁੰਚੇ ਨੇ ਸੰਗਤਾਂ ਦੇ ਨਾਲ, ਤੇ ਦਿੱਲੀ ਦੇ ਰਾਜੇ, ਮਾਫ ਕਰਨਾ, ਜਿਹੜਾ ਰਾਜਾ ਜੈ ਸਿੰਘ, ਉਹਦੇ ਬੰਗਲੇ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਪੜਾਵ ਲਾਇਆ ਹੈ। ਰਾਜਾ ਜੈ ਸਿੰਘ ਦੇ ਬੰਗਲਾ, ਉੱਥੇ ਬੰਗਲਾ ਹੈ, ਉਹਦੇ ਬੰਗਲੇ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਪੜਾਵ ਲਾਇਆ ਹੈ। ਤੇ ਉਹ ਬੰਗਲਾ ਸਾਹਿਬ ਦੇ ਆਉਣ ਦੇ ਨਾਲ, ਕਿਉਂਕਿ ਬੰਗਲੇ ਦੇ ਵਿੱਚ ਅੱਜ ਸਾਹਿਬ ਆ ਗਿਆ, ਗੁਰੂ ਨਾਨਕ ਦੀ 8ਵੀਂ ਗੱਦੀ ਦਾ ਵਾਰਸ ਆ ਗਿਆ, ਉਹ ਬੰਗਲਾ ਨਹੀਂ, ਬੰਗਲਾ ਸਾਹਿਬ ਬਣ ਗਿਆ, ਜੋ ਅੱਜ ਦਿੱਲੀ ਦੇ ਵਿੱਚ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਮੌਜੂਦ ਹੈ। ਹੁਣ ਸਤਿਗੁਰੂ ਉੱਥੇ ਵਿਰਾਜੇ ਨੇ, ਸੰਗਤਾਂ ਨੂੰ ਸਤਨਾਮ ਦੇ ਨਾਲ ਜੋੜਿਆ, ਧਰਮ ਦਾ ਪ੍ਰਚਾਰ ਕੀਤਾ, ਉਪਦੇਸ਼ ਬਖਸ਼ੇ। ਸੰਗਤਾਂ ਦੀਦਾਰ ਕਰਕੇ ਬਹੁਤ ਨਿਹਾਲ ਹੋਈਆਂ, ਬੜਾ ਇਕੱਠ ਹੋਇਆ ਸਤਿਗੁਰਾਂ ਦੇ ਦੀਦਾਰ ਦੇ ਲਈ। ਤੇ ਔਰੰਗਜ਼ੇਬ ਨੇ ਵੀ ਇੱਛਾ ਜ਼ਾਹਿਰ ਕੀਤੀ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ, ਸਾਡੇ ਦਰਬਾਰ ਦੇ ਵਿੱਚ ਆਓ। ਸਤਿਗੁਰਾਂ ਨੇ ਮਨਾ ਕਰ ਦਿੱਤਾ। ਸਤਿਗੁਰੂ ਕਹਿੰਦੇ, ਔਰੰਗਜ਼ੇਬ ਬਾਦਸ਼ਾਹ,
ਅਸੀਂ ਤਾਂ ਇੱਕ ਫਕੀਰ ਹਾਂ, ਸਾਡਾ ਕੰਮ ਹੈ ਸਤਨਾਮ ਦਾ ਉਪਦੇਸ਼ ਦੇਣਾ। ਸਾਡਾ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ। ਜੇ ਰਾਜਨੀਤਿਕ ਕੋਈ ਮਸਲਾ ਹੈ ਤੇ ਸਾਡਾ ਭਰਾ ਰਾਮ ਰਾਏ ਤੁਹਾਡੇ ਕੋਲੇ ਰਹਿੰਦਾ ਹੈ, ਉਹਦੇ ਨਾਲ ਜਿਹੜਾ ਤੁਸੀਂ ਰਾਜਨੀਤਿਕ ਮਸਲਾ ਹੱਲ ਕਰਨਾ ਕਰ ਲਓ। ਸਾਨੂੰ ਤੁਹਾਡੇ ਰਾਜ ਦਰਬਾਰ ਦੀ ਕੋਈ ਲਾਲਸਾ ਨਹੀਂ ਤੇ ਨਾ ਅਸੀਂ ਤੁਹਾਡੇ ਰਾਜ ਦਰਬਾਰ ਦੇ ਵਿੱਚ ਪੇਸ਼ ਹੋਣਾ ਹੈ। ਤੇ ਔਰੰਗਜ਼ੇਬ ਦਾ ਜਿਹੜਾ ਸ਼ਹਿਜ਼ਾਦਾ ਉਹ ਸਤਿਗੁਰਾਂ ਦੇ ਕੋਲੇ ਆਇਆ ਤੇ ਸਤਿਗੁਰਾਂ ਨੇ ਉਹਨੂੰ ਸਤਨਾਮ ਦਾ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ। ਤੇ ਔਰੰਗਜ਼ੇਬ ਨੇ ਚਿੱਠੀ ਲਿਖ ਭੇਜੀ, ਕਹਿੰਦਾ ਵੀ ਤੁਹਾਡੇ ਭਰਾ ਦੇ ਇਲਜ਼ਾਮ ਨੇ ਵੀ ਤੁਸੀਂ ਉਹਨਾਂ ਦੀ ਹੱਕ ਮਾਰਿਆ, ਉਹਨਾਂ ਦੀ ਗੱਦੀ ਨੂੰ ਨੱਪਿਆ। ਇਹ ਮੁਕੱਦਮਾ ਤੁਹਾਡੇ ਭਰਾ ਰਾਮ ਰਾਏ ਨੇ ਕੀਤਾ ਤੇ ਇਹ ਤੁਹਾਡੇ ਤੇ ਮੁਕੱਦਮਾ ਚੱਲ ਰਿਹਾ ਵੀ ਤੁਸੀਂ ਧੋਖੇ ਦੇ ਨਾਲ ਉਹਦੀ ਜਿਹੜਾ ਹੱਕ ਸੀ ਉਹ ਲੁੱਟ ਲਿਆ। ਗੁਰੂ ਸਾਹਿਬ ਕਹਿੰਦੇ ਵਾਪਸ ਔਰੰਗਜ਼ੇਬ ਨੂੰ ਜਵਾਬ ਦਿੱਤਾ ਵੀ ਔਰੰਗਜ਼ੇਬ, ਜਿਹੜੀ ਗੱਦੀ ਹੈ ਗੁਰੂ ਨਾਨਕ ਦੀ ਗੱਦੀ, ਇਹ ਕੋਈ ਜੱਦੀ ਜਗੀਰ ਨਹੀਂ ਹੈ ਜਿਹੜੀ ਪੁੱਤਰਾਂ ਨੂੰ ਮਿਲੇ। ਗੁਰੂ ਨਾਨਕ ਸਾਹਿਬ ਤੋਂ ਸਭ ਤੋਂ ਪਹਿਲਾਂ ਇਹ ਉਦਾਹਰਣ ਆਉਂਦਾ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਾਦਾਰ ਭਾਈ ਲਹਿਣੇ ਨੂੰ ਗੱਦੀ ਦਿੱਤੀ, ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ। ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਉਹ ਬਣ ਸਕਦਾ ਜਿਹੜਾ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪੂਰਨ ਰੂਪ ਦੇ ਵਿੱਚ ਧਾਰਨੀ ਹੈ ਤੇ ਜਿਹੜਾ ਇਸ ਗੱਦੀ ਦੇ ਲਾਇਕ ਹੋਵੇ। ਇਹ ਪੁੱਤਰਾਂ ਨੂੰ ਜਾਂ ਪੋਤਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਗੱਦੀ ਨਾ ਦਿੰਦਿਆਂ ਹੋਇਆਂ ਆਪਣੇ ਕੁੜਮ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਗੱਦੀ ਦਿੱਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਨਾ ਦਿੰਦਿਆਂ ਹੋਇਆਂ ਆਪਣੇ ਜਵਾਈ ਭਾਈ ਜੇਠੇ ਨੂੰ ਗੁਰੂ ਰਾਮਦਾਸ ਸਾਹਿਬ ਨੂੰ ਗੱਦੀ ਦਿੱਤੀ। ਗੁਰੂ ਰਾਮਦਾਸ ਸਾਹਿਬ ਨੇ ਆਪਣੇ ਵੱਡੇ ਪੁੱਤਰਾਂ ਨੂੰ ਯੋਗ ਨਾ ਜਾਣਦੇ ਹੋਇਆਂ ਆਪਣੇ ਛੋਟੇ ਪੁੱਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੱਦੀ ਦਿੱਤੀ ਹੈ। ਇਹ ਕੋਈ ਜੱਦੀ ਜਗੀਰ ਨਹੀਂ ਜਿਹੜੀ ਪੁੱਤਰਾਂ ਨੂੰ ਦਿੱਤੀ ਜਾਵੇ। ਤੇ ਦੂਸਰੀ ਗੱਲ, ਇਹ ਗੁਰੂ ਨਾਨਕ ਦੀ ਗੱਦੀ ਦਾ ਫੈਸਲਾ ਕਰਨਾ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਹੁਕਮ ਸੀ। ਇਹ ਫੈਸਲਾ ਉਹਨਾਂ ਨੇ ਤਾਂ ਕੀਤਾ ਕਿਉਂਕਿ ਸਾਡੇ ਭਰਾ ਰਾਮ ਰਾਏ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਦੀ ਮਰਿਆਦਾ ਨੂੰ ਤੋੜਨ ਦਾ ਘੋਰ ਅਪਰਾਧ ਕੀਤਾ। ਇਸ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਬਦਲਿਆ। ਜਿਹੜੀ ਤੁਕ ਇਹਨੇ ਤੈਨੂੰ ਖੁਸ਼ ਕਰਨ ਦੇ ਲਈ ਮਿੱਤੀ ਬੇਈਮਾਨ ਦੀ ਕਹੀ ਸੀ, ਅਸਲ ਦੇ ਵਿੱਚ ਔਰੰਗਜ਼ੇਬ ਮਿੱਤੀ ਬੇਈਮਾਨ ਦੀ ਨਹੀਂ, ਉਹ ਮਿੱਤੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ 'ਚ ਲਿਖੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਦੇ ਜਦੋਂ ਇਹ ਤਿੱਖੇ ਬਚਨ ਔਰੰਗਜ਼ੇਬ ਨੇ ਸੁਣੇ, ਉਹਨੂੰ ਨਿਸ਼ਚਾ ਹੋ ਗਿਆ ਵੀ ਨਹੀਂ, ਇਹ ਗੱਦੀ ਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਜਾਂ ਆਪਣੇ ਜ਼ੋਰ ਦੇ ਨਾਲ ਨਹੀਂ ਬਦਲ ਸਕਦੇ। ਖੈਰ ਇਹ ਸਮਾਂ ਉੱਥੇ ਖਤਮ ਹੋਇਆ। ਸਤਿਗੁਰੂ ਕਾਫੀ ਸਮਾਂ ਦਿੱਲੀ ਦੇ ਵਿੱਚ ਰੁਕੇ। ਰਾਜਾ ਜੈ ਸਿੰਘ ਦੇ ਕੋਲੇ ਸੰਗਤਾਂ ਨੂੰ ਬੜਾ ਨਿਹਾਲ ਕੀਤਾ ਕਿਉਂਕਿ ਇਤਿਹਾਸ ਉਮਰ ਦਾ ਜਿਹੜਾ ਗੁਰਿਆਈ ਦਾ ਸਮਾਂ ਬੜਾ ਛੋਟਾ ਹੈ, ਤਕਰੀਬਨ 2.5 ਸਾਲ ਦਾ ਜਿਹੜਾ ਗੁਰਿਆਈ ਦਾ ਸਮਾਂ ਹੈ। 8.25 ਸਾਲ ਦੀ ਸਤਿਗੁਰਾਂ ਦੀ ਪੂਰਨ ਤੌਰ ਤੇ ਜਿਹੜੀ ਆਯੂ ਸੀ ਇਤਿਹਾਸਕਾਰ ਦੱਸਦੇ ਨੇ। ਹੁਣ ਦਿੱਲੀ ਦੇ ਵਿੱਚ ਇੱਕ ਭਿਆਨਕ ਸਮਾਂ ਚੱਲ ਪਿਆ, ਜਿੱਦਾਂ ਅੱਜ ਇੱਥੇ ਕਰੋਨਾ ਵਾਇਰਸ ਚੱਲਿਆ ਪਿਆ ਹੁਣ ਸਾਰੀ ਦੁਨੀਆ ਦੇ ਵਿੱਚ। ਉਸ ਵਕਤ ਦਿੱਲੀ ਦੇ ਵਿੱਚ ਇਤਿਹਾਸ ਦੱਸਦੇ ਨੇ ਚੇਚਕ ਦੀ ਬਿਮਾਰੀ ਬੜੀ ਭਿਆਨਕ ਰੂਪ ਦੇ ਵਿੱਚ ਚੱਲੀ ਹੋਈ ਸੀ। ਚੇਚਕ ਜਿਹਨੂੰ ਅਸੀਂ ਮਾਤਾ ਵੀ ਕਹਿ ਦਿੰਦੇ, ਮਾਤਾ ਨਿਕਲ ਆਉਣੀ, ਸ਼ੀਤਲਾ ਮਾਤਾ ਨਿਕਲ ਆਉਣੀ, ਨੇ ਚੇਚਕ ਦੀ ਬਿਮਾਰੀ ਸੀ। ਉਹ ਕਾਫੀ ਰੋਗ ਉਸ ਵਕਤ ਦਿੱਲੀ ਦੇ ਵਿੱਚ ਪ੍ਰਚਲਿਤ ਹੋਇਆ ਸੀ। ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਉੱਥੇ ਰਹਿ ਕੇ ਦੀਨ ਦੁਖੀਆਂ ਦੀ, ਰੋਗੀਆਂ ਦੀ ਬੜੀ ਸੇਵਾ ਕੀਤੀ, ਅਥਾਹ ਸੇਵਾ ਕੀਤੀ। ਸੰਗਤਾਂ ਨੇ ਬਹੁਤ ਸੇਵਾ ਕੀਤੀ, ਰੋਗੀਆਂ ਦੇ ਰੋਗ ਦੂਰ ਕੀਤੇ। ਸਤਿਗੁਰਾਂ ਨੇ ਉਹਨਾਂ ਦੀ ਮਰਮ ਪੱਟੀਆਂ ਕਰਨੀਆਂ, ਦਵਾਈਆਂ ਦਾਰੂਆਂ ਦਾ ਇੰਤਜ਼ਾਮ, ਲੰਗਰਾਂ ਦਾ ਇੰਤਜ਼ਾਮ, ਸਤਿਗੁਰਾਂ ਨੇ ਇਹ ਸਾਰਾ ਪ੍ਰਬੰਧ ਆਪਣੀ ਨਿਗਾਹ ਦੇ ਹੇਠ ਕੀਤਾ। ਆਪ ਆਪਣੇ ਹੱਥੀਂ ਰੋਗੀਆਂ ਦੀ ਜਿਹੜੇ ਚੇਚਕ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ, ਸਭ ਦੀ ਸੇਵਾ ਕੀਤੀ। ਸਤਿਗੁਰਾਂ ਨੇ ਸੇਵਾ ਕਰਦਿਆਂ ਕਰਦਿਆਂ ਸਾਰੇ ਰੋਗੀਆਂ ਦੀ ਚੇਚਕ ਆਪਣੇ ਸਰੀਰ ਦੇ ਉੱਤੇ ਲੈ ਲਈ, ਆਪਣੇ ਪਿੰਡੇ ਤੇ ਹੰਢਾ ਲਈ। ਇੱਕ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਚੇਚਕ ਸਤਿਗੁਰਾਂ ਦੇ ਸਰੀਰ ਨੂੰ ਲੱਗ ਗਈ ਤੇ ਸਤਿਗੁਰਾਂ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਜਾਣ ਲਿਆ। ਸੰਗਤਾਂ ਦਾ ਇਕੱਠ ਹੋਇਆ। ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ। ਤੁਹਾਡਾ ਭਰਾ ਰਾਮ ਰਾਏ ਗੁਰੂ ਘਰ ਦਾ ਬੜਾ ਵਿਰੋਧੀ ਹੈ। ਉਹ ਅੱਗੇ ਚਾਲਾਂ ਚੱਲ ਰਿਹਾ ਗੁਰੂ ਨਾਨਕ ਦੀ ਸਿੱਖੀ ਨੂੰ ਬਦਨਾਮ ਕਰਨ ਦੀਆਂ ਤੇ ਗੁਰੂ ਨਾਨਕ ਦੀ ਗੱਦੀ ਨੂੰ ਹੜੱਪਣ ਦੀਆਂ। ਜੇ ਸਤਿਗੁਰੂ ਜੀ ਤੁਹਾਡੇ ਤੋਂ ਬਾਅਦ ਕੋਈ ਇਸ ਗੱਦੀ ਨੂੰ, ਗੁਰੂ ਨਾਨਕ ਦੀ ਵਿਚਾਰ ਨੂੰ ਸੰਭਾਲਣ ਵਾਲਾ ਨਾ ਮਿਲਿਆ ਤੇ ਰਾਮ ਰਾਏ ਨੇ ਇਸ ਵਿਚਾਰਧਾਰਾ ਨੂੰ ਖਤਮ ਕਰਨ ਦਾ ਪੂਰਨ ਯਤਨ ਕਰਨਾ ਹੈ, ਸੋ ਸਤਿਗੁਰੂ ਜੀ ਰਹਿਮਤ ਕਰੋ, ਹੁਕਮ ਕਰਕੇ ਜਾਓ, ਤੁਹਾਡੇ ਤੋਂ ਬਾਅਦ ਤੁਹਾਡੀ ਗੱਦੀ ਦਾ, ਗੁਰੂ ਨਾਨਕ ਦੀ 9ਵੀਂ ਜੋਤ ਦਾ ਵਾਰਸ ਕਿਹੜਾ ਹੋਵੇਗਾ। ਸਤਿਗੁਰਾਂ ਨੇ ਬਚਨ ਕੀਤੇ, ਸੰਗਤਾਂ ਨੂੰ ਆਸ਼ਵਾਸਨ ਦਿੱਤਾ
ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਇਹ ਗੁਰੂ ਨਾਨਕ ਦਾ ਲਾਇਆ ਸਿੱਖੀ ਦਾ ਬੂਟਾ ਜੁਗਾਂ ਜੁਗਾਂਤਰਾਂ ਤੱਕ ਐਸੇ ਤਰ੍ਹਾਂ ਖਿੜਿਆ ਰਹੇਗਾ। ਇਹ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਗਿਆਨ ਦਾ ਦੀਵਾ ਸਦਾ ਰਹਿੰਦੀ ਦੁਨੀਆ ਤੱਕ ਦੁਨੀਆ ਨੂੰ ਗਿਆਨ ਦਾ ਪ੍ਰਕਾਸ਼ ਵੰਡਦਾ ਰਹੇਗਾ। ਇਹਨੂੰ ਨਾ ਕੋਈ ਬੁਝਾ ਸਕਿਆ ਤੇ ਨਾ ਕੋਈ ਬੁਝਾ ਸਕੇਗਾ। ਇਸ ਬੂਟੇ ਨੂੰ ਨਾ ਕੋਈ ਖਤਮ ਕਰ ਸਕਿਆ ਨਾ ਖਤਮ ਕਰ ਸਕੇਗਾ। ਬੜੇ ਯਤਨ ਕਰਨ ਵਾਲੇ ਆਏ ਨੇ, ਆਏ ਹਨ ਅੱਜ ਵੀ ਤੇ ਆਉਂਦੇ ਰਹਿਣਗੇ। ਉਹ ਆਪ ਸਮਾਂ ਪਾ ਪਾ ਕੇ ਖਤਮ ਹੋ ਜਾਣਗੇ, ਲੇਕਿਨ ਗੁਰੂ ਨਾਨਕ ਦੀ ਸਿੱਖੀ ਦੀ ਹਮੇਸ਼ਾ ਚੜ੍ਹਦੀ ਕਲਾ ਰਹੀ ਹੈ, ਚੜ੍ਹਦੀ ਕਲਾ ਹੈ ਤੇ ਸਦਾ ਚੜ੍ਹਦੀ ਕਲਾ ਰਹੇਗੀ। ਸੰਗਤਾਂ ਨੂੰ ਆਸ਼ਵਾਸਨ ਦਿੱਤਾ। ਸਤਿਗੁਰਾਂ ਨੇ ਆਖਿਆ 5 ਪੈਸੇ ਤੇ ਨਾਰੀਅਲ ਲੈ ਕੇ ਆਓ। 5 ਪੈਸੇ ਤੇ ਨਾਰੀਅਲ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਰੱਖੇ। ਉੱਚੀ ਬਾਂਹ ਕਰਕੇ 4 ਵਾਰੀ ਸਤਿਗੁਰਾਂ ਨੇ ਉਸ ਨਾਰੀਅਲ ਨੂੰ ਹਵਾ ਦੇ ਵਿੱਚ ਘਮਾਉਂਦਿਆਂ ਹੋਇਆਂ ਅਖੀਰਲਾ ਬਚਨ ਇਤਿਹਾਸਕਾਰ ਦੱਸਦੇ ਨੇ ਕਿਹਾ, ਬਾਬਾ ਬਕਾਲੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦਾ ਮਤਲਬ ਸੀ ਵੀ ਗੁਰੂ ਨਾਨਕ ਦੀ 9ਵੀਂ ਗੱਦੀ ਦਾ 9ਵੀਂ ਜੋਤ ਦਾ ਵਾਰਸ ਬਕਾਲੇ ਦੀ ਧਰਤੀ ਦੇ ਉੱਤੇ ਬਾਬਾ ਬੈਠਾ ਹੈ, ਜਿਹਦੀ ਪਹਿਚਾਣ ਕਰਨੀ ਹਜੇ ਬਾਕੀ ਹੈ। ਇਹ ਬਚਨ ਸਤਿਗੁਰਾਂ ਨੇ ਚੇਤ ਸੁਦੀ 14 3 ਵਿਸਾਖ ਸੰਮਤ 1721 ਨੂੰ ਬੁੱਧਵਾਰ ਵਾਲੇ ਦਿਨ ਜੋਤੀ ਜੋਤ ਸਮਾਉਣ ਦੇ ਸਮੇਂ ਕੀਤੇ। ਉਸ ਦਿਨ ਅੰਗਰੇਜ਼ੀ ਮਹੀਨੇ ਦੇ ਸਨ 1664 ਦੇ ਮਾਰਚ ਮਹੀਨੇ ਦੀ 30 ਤਰੀਕ ਸੀ 1664 ਦੇ ਵਿੱਚ। ਤੇ ਜਮਨਾ ਦੇ ਕੰਢੇ ਭੋਗਲ ਪਿੰਡ ਦੇ ਲਾਗੇ ਸਤਿਗੁਰਾਂ ਦਾ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੀਰ ਦਾ ਜੋ ਅੰਤਿਮ ਸੰਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਬਾਲਾ ਸਾਹਿਬ ਅੱਜ ਵੀ ਮੌਜੂਦ ਹੈ। ਸੋ ਸਤਿਗੁਰਾਂ ਦੀ ਜਿਹੜੀ ਸਰੀਰ ਦੀ ਦੇਹ ਭਸਮ ਸੀ ਉਹਨੂੰ ਕੀਰਤਪੁਰ ਲਿਜਾਇਆ ਗਿਆ ਤੇ ਸਤਿਗੁਰੂ ਜੋਤੀ ਜੋਤ ਸਮਾ ਗਏ। ਤੇ 1 ਸਾਲ ਬਾਅਦ ਉਸ ਤੋਂ ਬਾਅਦ ਮੱਖਣ ਸ਼ਾਹ ਲਵਾਣਾ, ਜਿਸ ਨੇ ਗੁਰੂ ਨਾਨਕ ਦੀ 9ਵੀਂ ਗੱਦੀ ਦੇ ਵਾਰਸ ਨੂੰ ਲੱਭਿਆ, 1 ਸਾਲ ਦਾ ਸਮਾਂ ਲੱਗ ਗਿਆ। ਮੱਖਣ ਸ਼ਾਹ ਲਵਾਣੇ ਨੇ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਕੀਤਾ ਤੇ ਗੁਰਲਾਧੋ ਦਾ ਜਿਹੜਾ ਹੋਕਾ ਦਿੱਤਾ, ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ। ਗੁਰਤਾ ਗੱਦੀ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਸਮੇਂ 1664 ਨੂੰ ਬਖਸ਼ ਗਏ ਸਨ, ਲੇਕਿਨ ਸਮਾਂ ਪੈਣ ਤੇ ਜੋ ਇਹ ਜੋਤ ਪ੍ਰਗਟ ਹੋਈ ਉਹ 1 ਸਾਲ ਦਾ ਤਕਰੀਬਨ ਸਮਾਂ ਲੱਗ ਗਿਆ। ਜਦੋਂ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਮੱਖਣ ਸ਼ਾਹ ਲਵਾਣੇ ਨੇ ਸਤਿਗੁਰਾਂ ਦੇ ਨਾਲ ਭੇਟ ਕੀਤੀ ਤੇ ਸੰਗਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਿਲਾਪ ਕਰਾਏ। ਸੋ ਇਹ ਇਤਿਹਾਸ ਹੈ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਦਾ, ਜੋ ਜੀਵਨ ਕਾਲ ਉਹਨਾਂ ਦਾ ਬੜਾ ਛੋਟਾ ਸੀ। 8.25 ਸਾਲ ਦੀ ਉਮਰ ਸੀ। 2.5 ਸਾਲ ਦਾ ਸਮਾਂ ਉਹਨਾਂ ਨੇ ਗੁਰਿਆਈ ਕੀਤੀ। 5.25 ਸਾਲ ਦੀ ਉਮਰ ਦੇ ਵਿੱਚ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਇਸ ਛੋਟੀ ਉਮਰ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਬਹੁਤ ਹੀ ਮਹਾਨ ਕਾਰਜ ਕੀਤੇ। 7 ਨਾਮ ਦੇ ਨਾਲ ਗੁਰੂ ਨਾਨਕ ਦੀ ਸਿੱਖੀ ਦੇ ਨਾਲ ਏਕ ਪਤਾ ਏਕਸ ਕੇ ਹੰਬਾਰਕ ਦੇ ਸਨਾਤ ਦੇ ਨਾਲ ਸੰਗਤਾਂ ਨੂੰ ਤੇ ਮਨੁੱਖਤਾ ਨੂੰ ਜੋੜਿਆ। ਸੋ ਐਸੇ ਸ਼ਹਿਨशाह ਪ੍ਰੀਤਮ ਦੀਨ ਦੁਖੀਆਂ ਦੇ ਕਸ਼ਟ ਨਿਵਾਰਨ ਵਾਲੇ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਐਸੇ ਧੰਨ ਗੁਰੂ ਦਿਆਲੂ ਸ਼ਹਿਨशाह ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਭਰਿਆ ਜੀਵਨ ਬਖਸ਼ਣ। ਆਓ ਤਰਲਾ ਪਾਈਏ, ਸਤਿਗੁਰਾਂ ਦੀ ਚਰਨਾਂ ਦੇ ਵਿੱਚ ਝੋਲੀ ਅੱਡ ਕੇ ਅਰਦਾਸ ਬੇਨਤੀ ਕਰੀਏ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ, ਜਿੱਦਾਂ ਦਿੱਲੀ ਦੇ ਵਿੱਚ ਤੁਸੀਂ ਦੀਨ ਦੁਖੀਆਂ ਦੀ ਚੇਚਕ ਨੂੰ ਦੂਰ ਕੀਤਾ, ਆਪਣੇ ਪਿੰਡੇ ਤੇ ਹੰਢਾ ਕੇ ਦਿੱਲੀ ਦੇ ਸਾਰੇ ਕਸ਼ਟ ਨੂੰ ਆਪਣੇ ਉੱਤੇ ਲੈ ਲਿਆ, ਮਹਾਮਾਰੀ ਤੋਂ ਰੋਗੀਆਂ ਨੂੰ ਛੁਟਕਾਰਾ ਦਿਵਾਇਆ। ਕਿਰਪਾ ਕਰੋ, ਅੱਜ ਦੀ ਸਾਰੀ ਦੁਨੀਆ, ਅੱਜ ਦਾ ਸਾਰਾ ਸਮਾਜ ਇਸ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਨਾਲ ਜੂਝ ਰਿਹਾ ਹੈ। ਮਿਹਰਮਤ ਕਰੋ ਸੱਚੇ ਪਾਤਸ਼ਾਹ, ਆਪਣੀ ਰਹਿਮਤ ਦੀ ਬਰਕਤ ਬਖਸ਼ ਕੇ ਸਾਰੀ ਮਨੁੱਖਤਾ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਬਖਸ਼ੋ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸਤਿਗੁਰੂ ਰਹਿਮਤ ਕਰਨ, ਸਭ ਦੇ ਕਸ਼ਟਾਂ ਦਾ ਨਿਵਾਰਨ ਹੋਵੇ। ਜਿੱਥੋਂ ਤੱਕ ਦੀਨ ਦੁਨੀਆ ਵਸ ਰਹੀ ਹੈ, ਜਿੱਥੇ ਵੀ ਇਸ ਬਿਮਾਰੀ ਦੇ ਨਾਲ ਜਿੱਥੋਂ ਤੱਕ ਮਨੁੱਖਤਾ ਪ੍ਰਭਾਵਿਤ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੇ ਰੋਗ ਦੂਰ ਹੋ ਜਾਣ, ਸਭ ਨੂੰ ਦੇਹ ਅਰੋਗਤਾ ਬਖਸ਼ਣ, ਨਾਮ ਬਾਣੀ ਦੀ ਦਾਤ ਬਖਸ਼ ਕੇ ਨਵਾਜਣ, ਸੱਚੇ ਰੱਬ ਦੀ ਸੱਚੀ ਰਜ਼ਾ ਬਖਸ਼ਣ, ਸਰਬੱਤ ਦਾ ਭਲਾ ਹੋਵੇ। ਇਹ ਅਰਦਾਸ ਬੇਨਤੀ ਹੈ। ਸੋ ਇੰਨੀ ਕੁ ਵਿਚਾਰ ਦੀ ਆਪ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ। ਵਿਚਾਰ ਕਰਦਿਆਂ ਪਾਸੋਂ, ਇਤਿਹਾਸ ਦੀ ਸਾਂਝ ਪਾਉਂਦਿਆਂ ਪਾਸੋਂ
ਭੁੱਲਣਹਾਰ ਸੇਵਕਾਂ ਤੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜੇ ਕੋਈ ਭੁੱਲ ਨਹੀਂ ਕਰ ਸਕਦਾ ਸੱਚਾ ਗੁਰੂ ਸਾਹਿਬ ਬਖਸ਼ਣਹਾਰ ਨੇ ਬਖਸ਼ ਲੈਣ। ਸੱਚਾ ਸਤਿਗੁਰੂ ਰਹਿਮਤ ਕਰਨ। ਐਸੇ ਤਰ੍ਹਾਂ ਗੁਰੂ ਚਰਨਾਂ ਦੀ ਗੁਰੂ ਸੰਗਤ ਦੇ ਚਰਨਾਂ ਦੀ ਸੇਵਾ ਬਖਸ਼ ਕੇ ਨਵਾਜਦੇ ਰਹਿਣ। ਸੋ ਸਤਿਗੁਰੂ ਕਿਰਪਾ ਕਰਨ। ਗੱਜ ਵੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।